ਕੈਨੇਡਾ ਦਾ ਪ੍ਰੋਵਿੰਸ ontario ਤੇ ontario ਦਾ ਸ਼ਹਿਰ ਮਿਸੀਸਾਗਾ ਦੇ ਵਿੱਚ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ। ਮਿਸੀਸਾਗਾ ਸਿਟੀ ਕੌਂਸਲ ਦਾ ਇਹ ਮਾਮਲਾ ਆ। ਅੱਜ ਉੱਥੇ ਇੱਕ ਸਿਟੀ ਕੌਂਸਲਰ ਨੂੰ ਲੰਬੇ ਸਮੇਂ ਦੀ ਛੁੱਟੀ ਉੱਤੇ ਭੇਜ ਦਿੱਤਾ ਗਿਆ ਕਿ ਤੁਸੀਂ ਇਹ ਛੁੱਟੀ ਦੇ ਉੱਤੇ ਚਲੇ ਜਾਓ, ਤੇ ਉੱਥੇ ਵੀ ਮੇਅਰ ਨੇ ਮੁਆਫੀ ਮੰਗੀ ਆ ਕਿ ਇੱਕ ਮਾਮਲੇ ਦੇ ਵਿੱਚ ਅਸੀਂ ਸਮੇਂ ਦੇ ਨਾਲ ਕਾਰਵਾਈ ਨਹੀਂ ਕੀਤੀ ਜਿਹੜਾ ਬੁਲਿੰਗ ਤੇ ਹਰਾਸਮੈਂਟ ਦੇ ਨਾਲ ਸੰਬੰਧਿਤ ਸੀ। ਮਾਮਲਾ ਕੀ ਆ? ਵਾਰਡ ਨੰਬਰ 6 ਦਾ ਕੌਂਸਲਰ ਹੈ ਰੌਨ ਸਟਾਰ ਦੇ ਉੱਤੇ ਦੋਸ਼ ਲੱਗੇ ਆ ਕਿ ਇਹ ਇੱਕ ਸਾਬਕਾ ਕੌਂਸਲਰ ਕਰੀਨ ਰੈਸ ਦੀ ਕਾਰ ਦੇ ਉੱਤੇ ਆਪਣੀ ਕਾਰ ਦੀ ਚਾਬੀ ਦੇ ਨਾਲ ਜਾਣਬੁੱਝ ਕੇ ਝਰੀਟਾਂ ਪਾਉਂਦਾ ਸੀ, ਉਹਦੀ ਕਾਰ ਨੂੰ ਨੁਕਸਾਨ ਕਰਦਾ ਸੀ। ਬਾਰ-ਬਾਰ ਉਹਦੀ ਕਾਰ ਦੇ ਉੱਤੇ ਝਰੀਟਾਂ ਪਾਈਆਂ ਗਈਆਂ। ਪਤਾ ਨਹੀਂ ਇਸ ਗੱਲ ਕਰਕੇ ਪਤਾ ਨਹੀਂ ਉਹਦੇ ਨਾਲ ਕਿੰਨੀ ਕੁ ਹਰਾਸਮੈਂਟ ਜਾਂ ਬੁਲਿੰਗ ਸਿਟੀ ਕੌਂਸਲ ਦੇ ਵਿੱਚ ਹੋਈ ਆ ਮਿਸੀਸਾਗਾ ਦੇ। ਉਹ ਆਪਣੀ ਜੌਬ ਛੱਡ ਕੇ ਆਪਣਾ ਕੰਮ ਛੱਡ ਕੇ ਇੱਥੋਂ ਚਲੇ ਗਈ ਸੀ। ਉਹਦੇ ਜਾਣ ਤੋਂ ਬਾਅਦ ਹੁਣ ਜਿਹੜੀ ਇਸ ਗੱਲ ਦੀ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋ ਰਹੀ ਆ ਤਾਂ ਉਹਦੇ ਵਿੱਚ ਦੋਸ਼ ਸਿੱਧੇ ਸਿਟੀ ਕੌਂਸਲਰ ਦੇ ਉੱਤੇ ਲੱਗ ਰਿਹਾ ਹੈ ਕਿ ਇਹ ਵਿਅਕਤੀ ਰੌਨ ਸਟਾਰ ਜਿਹੜਾ ਇਸ ਮਾਮਲੇ ਦੇ ਵਿੱਚ ਦੋਸ਼ੀ ਜਾਪਦਾ ਆ, ਤੇ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਇਹ ਦੋਸ਼ੀ ਹੈ ਜਾਂ ਨਹੀਂ। ਰੈਸ ਦੀ ਕੀਆ ਸਪੋਰਟੇਜ ਕਾਰ ਆ, ਉਹਦੇ ਤੇ ਕਹਿੰਦੇ 8 ਵਾਰੀ 3 ਸਾਲਾਂ ਦੇ ਵਿੱਚ ਜਦੋਂ ਸਿਟੀ ਦੇ ਗਰਾਜ ਦੇ ਵਿੱਚ ਉਹ ਖੜੀ ਹੁੰਦੀ ਸੀ ਕਾਰ, ਉਹਦੇ ਤੇ 3 ਸਾਲਾਂ ਦੇ ਵਿੱਚ 8 ਵਾਰੀ ਸਕ੍ਰੈਚ ਪਾਏ ਗਏ ਆ, ਤੇ ਉਹਨੇ ਆਪਣੀ ਇਸ ਕੌਂਸਲ ਦੇ ਰੋਲ ਤੋਂ ਰਿਜ਼ਾਈਨ ਕਰ ਦਿੱਤਾ ਸੀ ਇਸੇ ਪਿੱਛੇ ਜਨਵਰੀ ਦੇ ਵਿੱਚ। ਤੇ ਕਾਰਨ ਨੇ ਬਹੁਤ ਸਾਰੇ ਦੱਸੇ ਸੀ। ਉਹਨੇ ਬਹੁਤ ਸਾਰੇ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਉਹਨੇ ਦੱਸਿਆ ਸੀ ਵਰਕ ਪਲੇਸ ਇਸ਼ੂਜ਼, ਕਿ ਕੋਈ ਵਰਕ ਪਲੇਸ ਇਸ਼ੂਜ਼ ਉੱਥੇ ਹੈਗੇ ਆ ਜਿਸ ਕਰਕੇ ਉਹ ਇਹ ਕੰਮ ਛੱਡ ਰਹੀ ਹੈ। ਹੁਣ ਕੀ ਇਹ ਜਾਣਬੁੱਝ ਕੇ ਕਿਸੇ ਔਰਤ ਨੂੰ ਪਰੇਸ਼ਾਨ ਕਰਨ ਦਾ ਮਾਮਲਾ ਹੈ? ਉਹਨਾਂ ਦੇ ਆਪਸ ਦੇ ਵਿੱਚ ਰੰਜਿਸ਼ ਸੀ, ਆਪਸ ਦੇ ਵਿੱਚ ਕੋਈ ਉਹਨਾਂ ਦੀ ਰੌਲਾ ਰੱਪਾ ਸੀ ਜਿਹੜਾ ਕਿ ਉਹ ਕੌਂਸਲਰ ਆਪਣੀ ਕਾਰ ਦੀ ਚਾਬੀ ਦੇ ਨਾਲ ਉਸ ਬੀਬੀ ਦੀ ਕਾਰ ਦੇ ਉੱਤੇ ਝਰੀਟਾਂ ਪਾ ਦਿੰਦਾ ਸੀ। ਗੱਲ ਆਪਣੇ ਆਪ ਦੇ ਵਿੱਚ ਬਹੁਤ ਸ਼ਰਮਨਾਕ ਆ ਕਿ ਇਸ ਅਹੁਦੇ ਦੇ ਉੱਤੇ ਬੈਠਾ ਵਿਅਕਤੀ ਵੀ ਏਦਾਂ ਦੀ ਕਾਰਵਾਈ ਕਰ ਸਕਦਾ ਜਿੱਥੇ ਕਿ ਆਸ ਨਹੀਂ ਕੀਤੀ ਜਾਂਦੀ। ਮੇਅਰ ਨੇ ਉੱਥੋਂ ਕਿਹਾ ਕਿ ਅਸੀਂ ਬਹੁਤ ਡਿਸਟਰਬ ਹੋਏ ਆ ਇਸ ਕੰਮ ਦੇ ਨਾਲ ਕਿ ਜਿਸ ਤਰੀਕੇ ਦੇ ਨਾਲ ਫਾਰਮਰ ਕੌਂਸਲਰ ਕਰੀਨ ਰੈਸ ਦੀ ਕਾਰ ਦੇ ਉੱਤੇ ਜਿਹੜੇ ਇਹ ਉਹ ਵੀ ਸਿਟੀ ਹਾਲ ਦੇ ਗਰਾਜ ਦੇ ਵਿੱਚ ਇਸ਼ੂ ਸਾਹਮਣੇ ਆਏ ਆ। ਬੋਨੀ ਕ੍ਰੋਮਬੀ ਉੱਥੋਂ ਦੀ ਮੇਅਰ ਆ, ਉਹ ਕਹਿੰਦੀ ਮੈਂ ਵੀ ਇੱਕ ਔਰਤ ਹਾਂ ਤੇ ਮੈਂ ਵੀ ਇਹ ਗੱਲਬਾਤ ਸਮਝਦੀ ਹਾਂ ਕਿ ਇੱਕ ਦੂਜੀ ਔਰਤ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਆ। ਇਹ ਬੁਲਿੰਗ ਹਰਾਸਮੈਂਟ ਦੀ ਉਹ ਕਹਿੰਦੇ ਕੋਈ ਵੀ ਥਾਂ ਨਹੀਂ ਆ, ਚਾਹੇ ਕੋਈ ਵੀ ਵਰਕ ਪਲੇਸ ਕੈਨੇਡਾ ਦੇ ਵਿੱਚ ਹੋਵੇ ਤੇ ਚਾਹੇ ਸਿਟੀ ਆਫ ਮਿਸੀਸਾਗਾ ਹੋਵੇ। ਕੌਂਸਲ ਨੇ ਸਰਬਸੰਮਤੀ ਨਾਲ ਕੱਲ ਬੁੱਧਵਾਰ ਨੂੰ ਇਸ ਮਾਮਲੇ ਦੇ ਉੱਤੇ ਵੋਟ ਪਾਈ ਹੈ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਬਹੁਤ ਸਾਰੇ ਸਵਾਲ ਇਸ ਮਾਮਲੇ ਦੇ ਵਿੱਚ ਉੱਠ ਰਹੇ ਆ। ਉੱਥੋਂ ਦੀ ਮੇਅਰ ਕੌਂਬੀ ਨੇ ਇਹ ਵੀ ਗੱਲਬਾਤ ਕਹੀ ਹੈ ਕਿ ਫਾਰਮਰ ਕੌਂਸਲਰ ਰੈਸ ਨੇ ਚੁੱਪਚਾਪ ਪੁਲਿਸ ਦੇ ਨਾਲ ਕੰਟੈਕਟ ਕੀਤਾ ਸੀ ਤੇ ਆਪਣੇ ਇਸ ਇਨਸੀਡੈਂਟ ਬਾਰੇ ਉਹਨਾਂ ਨੂੰ ਦੱਸਿਆ ਸੀ ਕਿ ਮੇਰੇ ਨਾਲ ਆਹ ਕੁਛ ਹੋ ਰਿਹਾ ਆ, ਤੇ ਇਹ ਵੀ ਦੱਸਿਆ ਗਿਆ ਕਿ ਇਹ ਸਾਰੇ ਮਾਮਲੇ ਦੇ ਨਾਲ ਕਿ ਇੱਕ ਕੌਂਸਲਰ ਦੂਜੇ ਕੌਂਸਲਰ ਦੀ ਕਾਰ ਦੇ ਉੱਤੇ ਝੀਟਾਂ ਪਾ ਰਿਹਾ ਤੇ ਸ਼ਿਕਾਇਤ ਪੁਲਿਸ ਕੋਲ ਚਲੀ ਜਾਂਦੀ ਹੈ। ਇਹ ਸਾਰੇ ਕੁਛ ਦੇ ਨਾਲ ਜਿਹੜੀ ਗੱਲਬਾਤ ਆ ਉਹ ਸ਼ਰਮਨਾਕ ਬਣ ਜਾਂਦੀ ਹੈ। ਇਹਦੇ ਵਿੱਚ ਉਹ ਕਹਿੰਦੇ ਅਸੀਂ ਇਹ ਸਾਰੀ ਗੱਲ ਨੂੰ ਸਮਝਦੇ ਹਾਂ ਕਿ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ, ਹਜੇ ਕਿ ਇਸ ਗੱਲ ਬਾਰੇ ਕੋਈ ਵੀ ਨਹੀਂ ਪੁਸ਼ਟੀ ਕੀਤੀ ਗਈ ਕਿ ਕੀ ਉਹ ਸੱਚਮੁੱਚ ਇਸ ਮਾਮਲੇ ਦੇ ਵਿੱਚ ਕੌਂਸਲਰ ਦੋਸ਼ੀ ਪਾਇਆ ਜਾਂਦਾ ਕਿ ਨਹੀਂ। ਸੋ ਜਿੰਨਾ ਚਿਰ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਖਤਮ ਨਹੀਂ ਹੁੰਦੀ ਉਹਨਾਂ ਚਿਰ ਤੱਕ ਕਿਸੇ ਵੀ ਨਤੀਜੇ ਦੇ ਉੱਤੇ ਨਹੀਂ ਪਹੁੰਚਿਆ ਜਾ ਸਕਦਾ। ਚਾਰਜ ਵੀ ਇਹਦੇ ਉੱਤੇ ਕੋਈ ਅਜੇ ਤੱਕ ਨਹੀਂ ਲਾਏ ਗਏ। ਪਰ ਉਹ ਕਹਿੰਦੀ ਇੱਕ ਔਰਤ ਪੋਲਿਟਿਕਸ ਦੇ ਵਿੱਚ ਜਦੋਂ ਆਉਂਦੀ ਆ ਤਾਂ ਉਹਨੂੰ ਇਸ ਕਿਸਮ ਦੀਆਂ ਗੱਲਾਂ ਕਈ ਵਾਰੀ ਸਹਿਣੀਆਂ ਪੈਂਦੀਆਂ ਜਾਂ ਉਹਦਾ ਸਾਹਮਣਾ ਕਰਨਾ ਪੈਂਦਾ। ਮੇਅਰ ਨੇ ਵੀ ਕਿਹਾ ਕਿ ਸਾਡੀ ਕੁਲੀਗ ਦੇ ਨਾਲ ਸਿਟੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ, ਇਹ ਸਾਡੇ ਲਈ ਬਹੁਤ ਦੁੱਖ ਵਾਲੀ ਗੱਲ ਆ। ਹੁਣ ਇਹਦੇ ਤੋਂ ਬਾਅਦ ਜਿਹੜੇ CCTV ਕੈਮਰੇ ਦੀ ਫੁਟੇਜ ਆ ਉਹਦੇ ਵਿੱਚ ਕਿਤੇ ਨਾ ਕਿਤੇ ਕਹਿੰਦੇ ਗੱਲਬਾਤ ਸਾਹਮਣੇ ਆਈ ਕਿ ਇਹ ਮੇਅਰ ਮਫਚਨ ਇਹ ਜਿਹੜਾ ਕੌਂਸਲਰ ਆ ਇਹ ਉਹਦੀ ਕਾਰ ਦੇ ਉੱਤੇ ਇਸ ਤਰੀਕੇ ਦੇ ਨਾਲ ਕਰ ਰਿਹਾ ਸੀ ਤੇ ਜਿਹਦੇ ਕਰਕੇ ਇਹ ਕੌਂਸਲਰ ਸਟਾਰ ਫਿਰ ਸਟੈਪ ਸਾਈਡ ਹੋ ਗਈ, ਉਹ ਪਾਸੇ ਹਟ ਗਈ, ਇਹ ਸਾਰੇ ਕੁਝ ਦੇ ਵਿੱਚੋਂ ਬਾਹਰ ਚਲੇ ਗਈ। ਹੁਣ ਕੀ ਇਹ ਜਿਹੜਾ ਵਰਕਪਲੇਸ ਕਲਚਰ ਦਾ ਕੋਈ ਇਸ਼ੂ ਹੈ ਮਿਸੀਸਾਗਾ ਸਿਟੀ ਕੌਂਸਲ ਦੇ ਵਿੱਚ? ਇੰਟਰਨਲ ਇਨਵੈਸਟੀਗੇਸ਼ਨ ਇਸ ਮਾਮਲੇ ਦੀ ਵੀ ਹੋਣੀ ਚਾਹੀਦੀ ਹੈ ਉੱਥੇ ਕਿ ਇਹ ਕਿਉਂ ਸਾਰਾ ਕੁਝ ਹੋਇਆ ਤੇ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਆ। ਇਸ ਮਾਮਲੇ ਦੇ ਉੱਤੇ ਬਹੁਤ ਇਲੈਬੋਰੇਟ ਹਜੇ ਤੱਕ ਨਹੀਂ ਕੀਤਾ ਗਿਆ, ਪਰ ਆਪਣੇ ਆਪ ਦੇ ਵਿੱਚ ਇਹ ਮਾਮਲਾ ਬਹੁਤ ਸੰਜੀਦਾ ਤੇ ਸ਼ਰਮਨਾਕ ਵੀ ਹੈ ਕਿ ਇੱਕ ਸਿਟੀ ਕੌਂਸਲਰ ਦੇ ਉੱਤੇ ਇਹ ਦੋਸ਼ ਲੱਗ ਰਿਹਾ ਕਿ ਉਹ ਜਾਣਬੁੱਝ ਕੇ ਦੂਜੀ ਇੱਕ ਔਰਤ ਸਿਟੀ ਕੌਂਸਲਰ ਦੀ ਕਾਰ ਦੇ ਉੱਤੇ ਝਰੀਟਾਂ ਪਾਉਂਦਾ ਸੀ, ਉਹਦੀ ਕਾਰ ਦਾ ਨੁਕਸਾਨ ਕਰਦਾ ਸੀ ਤੇ ਅਲਟੀਮੇਟਲੀ ਉਹਨੂੰ ਹਰਾਸ ਕੀਤਾ ਜਾ ਰਿਹਾ ਸੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ।
ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।